ਅੱਜ ਮੈਨੂੰ ਬਹੁਤ ਸਾਰੇ ਪੰਜਾਬ ਦੇ ਜਿਹੜੇ ਮੈਡੀਕਲ ਸਟੂਡੈਂਟਸ ਨੇ ਉਹਨਾਂ ਨੇ ਮੈਨੂੰ ਅੱਜ ਆਪਣੀ ਜਿਹੜੀ ਸਮੱਸਿਆ ਦੱਸੀ ਸੀਗੀ ਕਿ ਜਿੰਨੇ ਵੀ ਐਡਮਿਸ਼ਨਸ ਹੋ ਰਹੀਆਂ ਮੈਡੀਕਲ ਕਾਲਜਸ ਨੂੰ ਜਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਉਹਦੇ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕਰਕੇ ਜਿਹੜੀ ਡੋਮਿਸਾਈਲ ਸਰਟੀਫਿਕੇਟ ਮੰਗਦੇ ਨੇ ਉਹਦੇ 'ਚ ਬਾਹਰਲੇ ਰਾਜਾਂ ਦੇ ਬਹੁਤ ਸਾਰੇ ਆਣ ਕੇ ਬੱਚੇ ਡਮੀ ਐਡਮਿਸ਼ਨਸ ਲੈ ਲੈਂਦੇ ਨੇ CBSE ਦੀਆਂ +2 ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ। ਔਰ ਉਹਦੇ ਨਾਲ ਕੀ ਹੁੰਦਾ ਕਿ ਮੁੜ ਕੇ ਜਦੋਂ ਮੈਡੀਕਲ ਐਂਟਰੈਂਸ ਦਾ ਟੈਸਟ ਹੁੰਦਾ ਹੈ ਜਾਂ ਮੈਡੀਕਲ ਸੀਟਸ ਦੀ ਗੱਲ ਆਉਂਦੀ ਤੇ ਦੂਜੇ ਸੂਬਿਆਂ ਦੇ ਬੱਚਿਆਂ ਨੂੰ ਉਹਦੇ 'ਚ ਕੰਪੀਟ ਕਰਨ ਦਾ ਮੌਕਾ ਮਿਲ ਜਾਂਦਾ। ਜਦ ਕਿ ਸਾਡੇ ਬੱਚਿਆਂ ਦਾ ਇਹ ਮੰਗ ਹੈ ਮੈਡੀਕਲ ਸਟੂਡੈਂਟਸ ਦਾ ਕਿ ਤੁਸੀਂ ਜਿਹੜਾ ਨੈਸ਼ਨਲ ਟੈਸਟ ਹੁੰਦਾ ਵਾ ਆਲ ਇੰਡੀਆ ਲੈਵਲ ਦਾ ਨੀਟ ਦਾ ਟੈਸਟ ਹੁੰਦਾ ਐਂਟਰੈਂਸ ਦਾ, ਜੋ ਡੋਮਿਸਾਈਲ ਜਿਸ ਬੱਚੇ ਨੇ ਉੱਥੇ ਨੀਟ ਦੇ ਟੈਸਟ ਵਿੱਚ ਭਰੀ ਆ ਉਹੀ ਡੋਮਿਸਾਈਲ ਟਰੀਟ ਕੀਤੀ ਜਾਵੇ, ਜਾਂ ਫਿਰ ਜਿਹੜਾ ਪੰਜਾਬ ਦਾ +1 ਤੇ +2 ਦਾ ਉਹਨਾਂ ਦਾ ਜਿਹੜਾ CBSE ਦੀ ਪੜ੍ਹਾਈ ਹੈਗੀ ਆ ਉਹਨੂੰ ਬਤੌਰ ਪੰਜਾਬ ਡੋਮਿਸਾਈਲ ਮੰਨੀ ਜਾਵੇ। ਜਦੋਂ ਦੂਸਰੇ ਸੂਬਿਆਂ ਦੇ ਬੱਚੇ ਆਣ ਕੇ ਡੋਮਿਸਾਈਲ ਡਮੀ ਲੈ ਲੈਂਦੇ ਨੇ ਐਡਮਿਸ਼ਨਸ ਪੰਜਾਬ ਦੇ ਵਿੱਚ, ਉਹਦੇ ਨਾਲ ਸਾਡੇ ਜਿਹੜੇ ਮੈਰੀਟੋਰੀਅਸ ਬੱਚੇ ਨੇ ਜਿਨ੍ਹਾਂ ਨੇ ਡਾਕਟਰਸ ਬਣਨਾ ਆਉਣ ਵਾਲੇ ਸਮੇਂ 'ਚ, ਜਿਨ੍ਹਾਂ ਨੇ ਮੈਡੀਕਲ ਲਾਈਨ ਅਖਤਿਆਰ ਕਰਨੀ ਆ, ਉਹਨਾਂ ਸਾਰਿਆਂ ਨੂੰ ਉਹਨਾਂ ਦੇ ਹੱਕ ਜਿਹੜੇ ਨੇ ਉਹ ਉਹਨਾਂ 'ਤੇ ਡਾਕਾ ਵੱਜਦਾ ਵਾ। ਇਸ ਲਈ ਅੱਜ ਮੈਂ ਇੱਕ ਨੋਟ ਲਿਖ ਕੇ ਭੇਜਿਆ ਹੈਲਥ ਮਿਨਿਸਟਰ ਬ੍ਰਹਮ ਮਹਿੰਦਰਾ ਜੀ ਨੂੰ ਔਰ ਡਾਕਟਰ ਰਾਜ ਬਹਾਦਰ ਜਿਹੜੇ ਵਾਈਸ ਚਾਂਸਲਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ, ਔਰ ਉਹਨਾਂ ਨੂੰ ਇਹ ਮੰਗ ਕੀਤੀ ਕਿ ਆਪਣੀ ਨੋਟੀਫਿਕੇਸ਼ਨ 'ਚ ਅਮੈਂਡਮੈਂਟ ਕਰਕੇ ਜਾਂ ਤਾਂ ਨੀਟ ਵਾਲਾ ਹੀ ਡੋਮਿਸਾਈਲ ਉਸ ਨੂੰ ਮੰਨਿਆ ਜਾਵੇ ਪੰਜਾਬ ਦੇ ਵਿੱਚ, ਤੇ ਜਾਂ ਫਿਰ ਜਿਹੜਾ +1 ਤੇ +2 ਦੀ ਜੈਨੂਅਨ ਜਿਹਨਾਂ ਲੋਕਾਂ ਨੇ ਪੜ੍ਹਾਈ ਕੀਤੀ ਪੰਜਾਬ ਦੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਹੀ ਪੰਜਾਬ ਦਾ ਡੋਮਿਸਾਈਲ ਮੰਨ ਕੇ ਤੇ ਐਡਮਿਸ਼ਨਸ ਦਿੱਤੀਆਂ ਜਾਣ। ਅਮਿਤ ਸ਼ਾਹ ਨੇ ਕੱਲ੍ਹ ਮੀਟਿੰਗ ਕੀਤੀ ਹੈ ਅਕਾਲੀ ਦਲ ਨਾਲ। ਹੁਣ ਇਹ ਚਰਚਾ ਹੈਗੀ ਹੈ ਕਿ ਆਮ ਆਦਮੀ ਪਾਰਟੀ ਜਿਹੜਾ ਮਹਾਗਠਬੰਧਨ ਦੇ ਵਿੱਚ ਜਾ ਰਹੀ ਹੈ ਤੇ ਅਮਿਤ ਸ਼ਾਹ ਵੀ ਜਿਹੜੇ NDA ਦੇ ਰੁੱਸੇ ਹੋਏ ਪਾਰਟਨਰ ਨੇ, ਜਿਹੜੇ ਉਹਨਾਂ ਦੇ ਭਾਈਵਾਨ ਨੇ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ। ਦੇਖੋ, ਜਿੱਥੋਂ ਤੱਕ ਤਾਂ ਪਹਿਲਾਂ ਅਮਿਤ ਸ਼ਾਹ ਹੋਣਾ ਦੇ ਫੇਰੀ ਦੀ ਗੱਲ ਆ ਪੰਜਾਬ ਦੀ, ਮੈਨੂੰ ਕੱਲ੍ਹ ਥੋੜ੍ਹਾ ਦੁੱਖ ਹੋਇਆ ਉਹਨਾਂ ਦਾ ਸਾਰਾ ਬਾਦਲ ਸਾਹਿਬ ਤੇ ਸੁਖਬੀਰ ਹੋਣਾ ਦੀਆਂ ਮੀਟਿੰਗਾਂ ਦਾ ਏਜੰਡਾ ਦੇਖ ਕੇ। ਠੀਕ ਹੈ, ਉਹਨਾਂ ਨੇ ਆਪਸ ਵਿੱਚ ਰਾਜਨੀਤੀ ਡਿਸਕਸ ਕੀਤੀ ਆ, ਲੇਕਿਨ ਜਿਹੜਾ 34 ਸਾਲ ਬਾਅਦ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ, ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੁੱਢਲਾ ਫਰਜ਼ ਬਣਦਾ ਸੀਗਾ ਕਿ ਉਹ ਜਿਹੜੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਬੇਸ਼ਕੀਮਤੀ ਸਾਡੇ ਮੈਨੂਸਕ੍ਰਿਪਟਸ, ਬਹੁਤ ਕੀਮਤੀ ਇਤਿਹਾਸ ਦਾ ਸਾਰਾ ਜਿਹੜਾ ਤੱਥ ਪਏ ਸੀਗੇ ਦਰਬਾਰ ਸਾਹਿਬ ਦੇ ਵਿੱਚ, ਜਿਹੜਾ ਕਿ ਅੱਜ ਤੋਂ 34 ਸਾਲ ਪਹਿਲਾਂ ਫੌਜ ਉਸ ਨੂੰ ਲੈ ਗਈ ਸੀਗੀ, ਅਕਾਲੀ ਦਲ ਦੇ ਪ੍ਰਧਾਨ ਦਾ ਫਰਜ਼ ਬਣਦਾ ਸੀ BJP ਦੇ ਪ੍ਰਧਾਨ ਨੂੰ ਕਹਿ ਕੇ ਉਹ ਰੇਅਰ ਮੈਨੂਸਕ੍ਰਿਪਟਸ ਤੇ ਜੋ ਸਾਡੇ ਬਹੁਤ ਇੰਪੋਰਟੈਂਟ ਹਿਸਟਰੀ ਬੁੱਕਸ ਸੀਗੀਆਂ ਜਾਂ ਲਾਇਬ੍ਰੇਰੀ 'ਚੋਂ ਜਿਹੜਾ ਫੌਜ ਸਮਾਨ ਲੈ ਗਈ ਸੀ ਅੱਜ ਤੋਂ 34 ਸਾਲ ਪਹਿਲਾਂ, ਉਸ ਨੂੰ ਵੀ ਵਾਪਸ ਮੰਗਿਆ ਜਾਣਾ ਚਾਹੀਦਾ ਸੀ। ਦੂਸਰਾ, ਬਤੌਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਉਹਨਾਂ ਨੂੰ ਇਹ ਮੰਗਣਾ ਚਾਹੀਦਾ ਸੀ ਕਿ ਆਪਰੇਸ਼ਨ ਬਲੂ ਸਟਾਰ ਨੂੰ ਦਰਬਾਰ ਸਾਹਿਬ ਦੇ ਹਮਲੇ 'ਚ ਜਿੰਨੇ ਵੀ ਕਲਾਸੀਫਾਈਡ ਡਾਕੂਮੈਂਟ ਸੀਗੇ, ਜਿੰਨੇ ਜੋ ਵੀ ਇਹਨਾਂ ਦੇ ਕੋਲ ਗੁਪਤ ਤੌਰ ਤੇ ਜੋ ਡਾਕੂਮੈਂਟ ਸੀਗੇ ਭਾਰਤ ਦੀ ਸਰਕਾਰ ਕੋਲ, ਉਹਨਾਂ ਨੂੰ ਡੀਕਲਾਸੀਫਾਈ ਕਰਨਾ ਚਾਹੀਦਾ ਹੁਣ, ਕਿਉਂਕਿ ਇੰਟਰਨੈਸ਼ਨਲ ਕਨਵੈਨਸ਼ਨ ਦੇ ਮੁਤਾਬਕ 3 ਦਹਾਕਿਆਂ ਤੋਂ ਬਾਅਦ ਕੋਈ ਵੀ ਸੀਕ੍ਰੇਟ ਡਾਕੂਮੈਂਟ ਹੈ ਕਿਸੇ ਗਵਰਨਮੈਂਟ ਦੇ ਕੋਲ ਵਰਲਡ ਓਵਰ, ਉਸ ਨੂੰ ਡੀਕਲਾਸੀਫਾਈ ਕੀਤਾ ਜਾਂਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀਆਂ ਏਜੰਸੀਆਂ, ਕਿਹੜੀਆਂ ਤਾਕਤਾਂ ਜਿਹੜੀਆਂ ਸੀ ਦਰਬਾਰ ਸਾਹਿਬ ਦੇ ਹਮਲੇ ਤੇ ਇਨਵੋਲਵ ਸੀ। ਰਹਿ ਗਈ ਗੱਲ ਮਹਾਗਠਬੰਧਨ ਦੀ, ਮੈਂ ਸਮਝਦਾ ਕਿ ਇਸ ਦੀ ਕਾਲ ਸਾਡੇ ਜਿਹੜੇ ਦਿੱਲੀ ਦੀ ਲੀਡਰਸ਼ਿਪ ਆ, ਕਨਵੀਨਰ ਨੇ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸਿਸੋਦੀਆ, ਉਹ ਆਪਣੀ ਸੂਝ-ਬੂਝ ਅਨੁਸਾਰ ਆਮ ਆਦਮੀ ਪਾਰਟੀ ਦਾ ਜੋ, ਚਾਹੇ ਉਹ ਪੰਜਾਬ ਦੀ ਗੱਲ ਹੈ, ਚਾਹੇ ਹਰਿਆਣੇ ਦੀ ਗੱਲ ਹੈ, ਚਾਹੇ ਦਿੱਲੀ ਦੀ ਗੱਲ ਹੈ ਜਾਂ ਦੂਸਰੇ ਸੂਬਿਆਂ ਵਿੱਚ ਹੈ, ਮੈਂ ਸਮਝਦਾ ਕਿ ਸਹੀ ਸਮਾਂ ਆਉਣ 'ਤੇ ਕੀ ਇਸ ਮਹਾਗਠਬੰਧਨ ਦਾ ਹਿੱਸਾ ਬਣਨਾ ਕਿ ਨਹੀਂ ਬਣਨਾ ਉਹ ਫੈਸਲਾ ਲੈਣਗੇ। ਲੇਕਿਨ ਇਹ ਜ਼ਰੂਰ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਜ਼ਰੂਰ ਸੁਣਨਗੇ। ਔਰ ਅੱਜ ਵੀ ਸਾਡੀ MLAs ਦੀ ਮੀਟਿੰਗ ਸੀ ਚੰਡੀਗੜ੍ਹ, ਤੇ ਮੈਂ ਉਹਨਾਂ ਨਾਲ ਕਾਫੀ ਡਿਸਕਸ ਕੀਤਾ। ਸਾਡੀ ਸਹੀ ਸਮਾਂ ਆਉਣ ਦੇ ਉੱਤੇ ਪੰਜਾਬ ਦੀ ਇਕਾਈ ਤੇ ਪੰਜਾਬ ਦੇ MLAs ਜੋ ਵੀ ਇਸ ਪ੍ਰਤੀ ਆਪਣਾ ਮਨ ਹੋਵੇਗਾ ਉਸ ਨੂੰ ਅਸੀਂ ਆਪਣਾ ਫੈਸਲਾ ਜਿਹੜਾ ਜ਼ਰੂਰ ਦੱਸਾਂਗੇ ਟਾਈਮ ਸਿਰ। ਇੱਕ ਲੰਗਰ ਤੋਂ ਜਿਹੜਾ GST ਹਟਾਇਆ ਤੇ ਇਹ ਵੀ ਡਿਮਾਂਡ ਕੀਤੀ ਜਾ ਰਹੀ ਹੈ ਵੀ ਕੇਜਰੀਵਾਲ ਸਰਕਾਰ ਨੂੰ ਵੀ ਜਿਹੜਾ ਵਾ ਲੰਗਰ ਤੋਂ ਜਿਹੜਾ GST ਦਾ ਸਟੇਟ ਸ਼ੇਅਰ ਹੈਗਾ ਉਹ ਛੱਡਣਾ ਚਾਹੀਦਾ। ਮੇਰਾ ਖਿਆਲ ਹੈ ਕਿ ਕਾਫੀ ਵਾਜਬ ਮੰਗ ਆ ਕਿ ਅਗਰ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਲੰਗਰ ਦਾ GST ਗਵਰਨਮੈਂਟ ਆਫ ਇੰਡੀਆ ਨੇ ਹੁਣ ਵਾਪਸ ਕੀਤਾ, ਹਾਲਾਂਕਿ ਲਾਉਣ ਵਾਲੇ ਵੀ ਇਹੀ ਸੀਗੇ, ਕੋਈ ਬਹੁਤ ਵੱਡਾ ਅਹਿਸਾਨ ਨਹੀਂ ਕੀਤਾ, ਲੇਕਿਨ ਜਿਹੜਾ ਦਿੱਲੀ ਦੇ ਵਿੱਚ ਗੁਰਦੁਆਰਾ ਸਾਹਿਬਾਨ ਨੇ
ਉਹਨਾਂ ਦੇ ਉੱਤੇ ਸਟੇਟ ਦਾ ਜਿਹੜਾ ਦਿੱਲੀ ਗਵਰਨਮੈਂਟ ਦਾ ਸ਼ੇਅਰ ਹੈਗਾ ਉਸ ਨੂੰ ਵੀ ਮੈਂ ਸਮਝਦਾ ਕਿ ਹਟਾ ਦੇਣਾ ਚਾਹੀਦਾ। ਇਸ ਸੰਬੰਧੀ ਅਸੀਂ ਆਪਣੀ ਲੀਡਰਸ਼ਿਪ ਦੇ ਨਾਲ ਗੱਲ ਕਰਾਂਗੇ, ਆਪਣੇ ਮੁੱਖ ਮੰਤਰੀ ਔਰ ਉਪ ਮੁੱਖ ਮੰਤਰੀ ਨਾਲ ਗੱਲ ਕਰਾਂਗੇ। ਨਾ ਸਿਰਫ ਬੰਗਲਾ ਸਾਹਿਬ ਤੇ ਸੀਸਗੰਜ ਸਾਹਿਬ ਤੇ ਸਿੱਖ ਗੁਰਦੁਆਰਿਆਂ 'ਚ, ਬਲਕਿ ਜਿੱਥੇ ਵੀ ਕਿਤੇ ਹਿੰਦੂ ਧਰਮ ਦੇ ਜਾਂ ਦਲਿਤਾਂ ਦੇ ਜਾਂ ਮੁਸਲਮਾਨਾਂ ਦੇ ਜਾਂ ਈਸਾਈਆਂ ਦੇ ਜਿੱਥੇ ਵੀ ਕਿਤੇ ਧਾਰਮਿਕ ਸਥਾਨ ਜਿਹੜੇ ਕਿ ਫ੍ਰੀ ਕਮਿਊਨਿਟੀ ਕਿਚਨ ਚਲਾਉਂਦੇ ਨੇ ਜਾਂ ਮਨੁੱਖਤਾ ਦੇ ਵਾਸਤੇ ਬਿਨਾਂ ਕਿਸੇ ਚਾਰਜ ਤੋਂ ਲੋਕਾਂ ਨੂੰ, ਗਰੀਬਾਂ ਨੂੰ ਖਾਣਾ ਖਵਾਉਂਦੇ ਨੇ, ਮੈਂ ਸਮਝਦਾ ਕਿ ਇੱਕ ਵਾਰ ਇਹ ਫੈਸਲਾ ਦੇਸ਼ ਵਿਆਪਕ ਹੋ ਜਾਣਾ ਚਾਹੀਦਾ ਗਵਰਨਮੈਂਟ ਆਫ ਇੰਡੀਆ ਵੱਲੋਂ ਕਿ ਇਹਨਾਂ ਦੇ ਉੱਤੇ GST ਦੀ ਕਿਸੇ ਤਰ੍ਹਾਂ ਦੀ ਲਾਗਤ ਨਹੀਂ ਲਾਈ ਜਾਏਗੀ। ਦੂਜਾ ਹੈ ਕਿ ਸਾਨੂੰ ਥੋੜਾ ਦੁੱਖ ਹੋਇਆ ਕਿ ਗਵਰਨਮੈਂਟ ਆਫ ਇੰਡੀਆ ਨੇ ਦਰਬਾਰ ਸਾਹਿਬ ਦੇ ਲੰਗਰ ਦੇ ਆਈਟਮਸ ਦੇ ਵੇਵ ਆਫ ਤਾਂ ਕੀਤੀ GST, ਲੇਕਿਨ ਉਸ ਦਾ ਇੱਕ ਨਾਮ ਬਦਲ ਕੇ ਰੱਖ ਦਿੱਤਾ ਵਾ ਕਿਉਂਕਿ ਇਹ ਪ੍ਰਥਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 550 ਸਾਲ ਜਿਹੜੀ ਚਲਾਈ ਲੰਗਰ ਦੀ, ਇਹਨੂੰ ਪੰਜਾਬ ਦੇ ਲੋਕ ਤੇ ਪੰਜਾਬ ਦੇ ਜਿਹੜੇ ਸਿੱਖ ਨੇ ਉਹ ਇਸ ਨੂੰ ਲੰਗਰ ਹੀ ਕਹਿਣਗੇ। ਇਸ ਲਈ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਇਹ GST ਦੀ ਉਹਨਾਂ ਨੇ ਹਟਾਇਆ ਉਹਨੂੰ ਇਸ ਤਰ੍ਹਾਂ ਦੇ ਨਾਮ ਦੇ ਨਾਲ ਨਾ ਜੋੜਿਆ ਜਾਵੇ ਤੇ ਬਲਕਿ ਲੰਗਰ ਦੇ ਹੀ ਨਾਮ ਨਾਲ ਜਾਣਿਆ ਜਾਵੇ। खैर साहब, मोहन भागवत ने कल कहा था कि हमें कहा जाता है कि सिर्फ हम हिंदू के हैं, उनकी इस स्टेटमेंट को आप किस तरह से देखते हैं? मैं समझा नहीं, दोबारा बोलो जी। मोहन भागवत ने कल कहा था कि हम सिर्फ हिंदू के हैं, हमें ये कहा जाता है। मेरा ये मनना वा कि ये देश मल्टीलिंगुअल है, ये मल्टी कल्चरल है, ये मल्टी रिलीजियस है, क्योंकि हर 100 मील तो बाद तकरीबन तुसीं देखोगे इस देश दे विच जुबान बदल जाती, पहरावा बदल जाता, धर्म बदल जाता। इसलिए अगर RSS या इस तरह ਦੀਆਂ ਜਿਹੜੀਆਂ ਜਥੇਬੰਦੀਆਂ ਨੇ ਅਗਰ ਕਹਿੰਦੀਆਂ ਕਿ ਅਸੀਂ ਦੇਸ਼ ਨੂੰ ਇੱਕ ਧਰਮ ਦੇ ਵਿੱਚ ਪਰੋਵਾਂਗੇ ਤਾਂ ਮੈਂ ਸਮਝਦਾ ਦੇਸ਼ ਦੇ ਵਾਸਤੇ ਬਹੁਤ ਵੱਡੀ ਖਤਰੇ ਦੀ ਘੰਟੀ ਆ। ਇੱਥੇ ਅਕਲੀਅਤਾਂ ਨੂੰ, ਮਾਈਨੋਰਿਟੀਜ਼ ਨੂੰ, ਘੱਟ ਗਿਣਤੀ ਦੇ ਲੋਕਾਂ ਨੂੰ ਉਨਾ ਹੀ ਅਧਿਕਾਰ ਆ ਆਪਣੀ ਜ਼ਿੰਦਗੀ ਜੀਣ ਦਾ ਜਿੰਨੇ ਕਿਸੇ ਹੋਰ ਧਰਮ ਦੇ ਨੂੰ ਅਧਿਕਾਰ ਮਿਲ ਸਕਦਾ। ਇਸ ਲਈ RSS ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਇੱਕ ਕੱਟੜਵਾਦੀ ਸੋਚ ਲੈ ਕੇ ਜਿਹੜਾ ਇੱਕ ਇਕੱਲੇ ਹਿੰਦੂਤਵਾ ਦੀ ਗੱਲ ਕਰਦੇ, ਉਹਦੇ ਨਾਲ ਮੈਂ ਸਮਝਦਾ ਕਿ ਦੇਸ਼ ਦੀ ਯੂਨਿਟੀ ਤੇ ਇੰਟੈਗ੍ਰਿਟੀ ਨੂੰ ਅਗਰ ਕੋਈ ਖਤਰਾ ਵਾ ਤੇ ਇਸ ਤਰ੍ਹਾਂ ਦੇ ਅਨਸਰ ਤੋਂ ਦੇਸ਼ ਦੀ ਯੂਨਿਟੀ ਤੇ ਇੰਟੈਗ੍ਰਿਟੀ ਨੂੰ ਖਤਰਾ ਵਾ। ਸੈਕੂਲਰ ਫੋਰसेस ਤੋਂ ਕੋਈ ਖਤਰਾ ਦੇਸ਼ ਨੂੰ ਨਹੀਂ ਹੈ। अर्णब मुखर्जी ने जो राष्ट्रभक्ति का पाठ पढ़ाया है संघ को, आप किस तरह से देखते हैं? मेरा ख्याल है कि मैं ਉਹਨਾਂ ਦਾ ਬਹੁਤ ਭਾਸ਼ਣ ਤਾਂ ਨਹੀਂ ਸੁਣ ਸਕਿਆ, ਲੇਕਿਨ ਪ੍ਰਣਬ ਮੁਖਰਜੀ ਸਾਰੀ ਜ਼ਿੰਦਗੀ ਇੱਕ ਬਹੁਤ ਆਪਣੇ ਆਪ ਨੂੰ ਕੱਟੜ ਕਾਂਗਰਸ ਦੇ ਲੀਡਰ ਅਖਵਾਉਂਦੇ ਰਹੇ ਨੇ ਔਰ ਕਾਂਗਰਸ ਦੀ ਬਦੌਲਤ ਤੋਂ ਬਹੁਤ ਲੰਬਾ ਸਮਾਂ ਨਾ ਸਿਰਫ ਕੇਂਦਰ ਵਿੱਚ ਮੰਤਰੀ ਰਹੇ ਬਲਕਿ ਦੇਸ਼ ਦੇ ਰਾਸ਼ਟਰਪਤੀ ਵੀ ਰਹੇ ਨੇ। ਮੇਰਾ ਨਹੀਂ ਖਿਆਲ ਕਿ ਉਹਨਾਂ ਦਾ ਇਸ ਤਰ੍ਹਾਂ ਦੇ ਰਾਸ਼ਟਰਪਤੀ ਜਿਹੜਾ ਹੁੰਦਾ ਉਹ ਸਾਰੀਆਂ ਕੌਮਾਂ ਧਰਮਾਂ ਦਾ ਇੱਕ ਹੁੰਦਾ। ਰਾਸ਼ਟਰਪਤੀ ਰਹਿਣ ਤੋਂ ਬਾਅਦ ਉਹਨਾਂ ਦਾ ਨਾਗਪੁਰ ਹੈੱਡਕੁਆਰਟਰਸ 'ਤੇ ਜਾ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਾ ਕੋਈ ਬਹੁਤ ਜ਼ਿਆਦਾ ਸ਼ੁਭਦਾ ਨਹੀਂ ਸੀਗਾ। ਖੈਰ ਸਾਹਿਬ, ਇੱਕ ਸਨੀ ਡਾਕਟਰ ਪ੍ਰੋਟੈਸਟ ਕਰ ਰਹੇ ਨੇ, ਸਾਈਕਲ ਤੇ ਨਿਕਲ ਰਹੇ ਨੇ, ਕਹਿੰਦੇ ਪੈਟਰੋਲ ਡੀਜ਼ਲ ਦੀ ਨਹੀਂ ਮਾਰਿਆ ਕਿਸਾਨਾਂ ਨੂੰ ਵੀ, ਆਮ ਲੋਕਾਂ ਨੂੰ ਵੀ, ਔਰ BJP ਕਹਿ ਰਹੀ ਹੈ ਕਿ ਪਹਿਲੇ ਸਟੇਟ ਆਪਣਾ ਟੈਕਸ ਤੇ ਹਟਾਵੇ ਉਸ ਤੋਂ 35 ਰੁਪਏ। ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹਦੇ 'ਚ ਦੋਨੋਂ ਸਰਕਾਰਾਂ ਦੋਸ਼ੀ ਨੇ। ਅਗਰ ਆਪਾਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੀ ਗੱਲ ਕਰੀਏ, ਪਹਿਲਾਂ ਜੇ ਮੈਂ ਕੇਂਦਰ ਦੀ ਸਰਕਾਰ ਦੀ ਗੱਲ ਕਰਾਂ ਤਾਂ ਜਿਹੜਾ ਇੰਟਰਨੈਸ਼ਨਲ ਕਰੂਡ ਆਇਲ ਦੀ ਪ੍ਰਾਈਸਿਸ ਸੀਗੀਆਂ ਉਹ ਕਾਫੀ ਅਰਸਾ ਥੱਲੇ ਰਹੀਆਂ ਨੇ ਔਰ ਜਿਸ ਕਰਕੇ ਗਵਰਨਮੈਂਟ ਆਫ ਇੰਡੀਆ ਨੇ ਬਹੁਤ ਵੱਡੇ ਪੈਮਾਨੇ 'ਤੇ ਜਿਹੜੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾਈਆਂ, ਜਦਕਿ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤਾਂ ਪਰ ਬੈਰਲ ਬਹੁਤ ਥੋੜ੍ਹੀਆਂ ਸਨ। ਔਰ ਇਹ ਗੱਲ ਠੀਕ ਹੈ ਕਿ 10-12 ਲੱਖ ਕਰੋੜ ਰੁਪਈਆ ਜਿਹੜਾ ਕਿ ਕੰਜ਼ਿਊਮਰ ਨੂੰ ਬੈਨੀਫਿਟ ਪਾਸ ਹੋਣਾ ਚਾਹੀਦਾ ਸੀਗਾ ਉਹ ਕਿਤੇ ਨਾ ਕਿਤੇ ਮੋਦੀ ਸਾਹਿਬ ਦੀ ਸਰਕਾਰ ਨੇ ਖਾਧਾ ਵਾ ਔਰ ਅੱਜ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਆ। ਲੇਕਿਨ ਜਿਹੜਾ ਜਾਖੜ ਸਾਹਿਬ ਇੱਥੇ ਕਦੀ ਸਾਈਕਲ ਤੇ ਚੜ੍ਹ ਜਾਂਦੇ ਨੇ, ਕਦੀ ਬੈਲ ਗਾੜੀ ਤੇ ਚੱਲ ਜਾਂਦੇ ਨੇ, ਇਹ ਵੀ ਇੱਕ ਪੋਲੀਟੀਕਲ ਸਟੰਟ ਖੇਡੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਅਗਰ ਤੁਸੀਂ ਵੈਟ ਦੀਆਂ ਟੈਕਸੇਸ਼ਨ ਦੇਖੋਗੇ, ਪੈਟਰੋਲ ਤੇ ਵੈਟ ਦਾ ਟੈਕਸ ਬਹੁਤ ਜ਼ਿਆਦਾ ਵਾ। ਸ਼ਾਇਦ ਹਰਿਆਣੇ ਤੇ ਚੰਡੀਗੜ੍ਹ ਨਾਲੋਂ ਲਗਭਗ 7 ਕੇ 8 ਰੁਪਏ ਪ੍ਰਤੀ ਲੀਟਰ ਮਹਿੰਗਾ ਵਾ ਪੰਜਾਬ ਦੇ ਵਿੱਚ ਪੈਟਰੋਲ, ਜਿਸ ਦੇ ਕਰਕੇ ਹੁਣ ਕਰ ਰਿਹਾ ਸੀ ਉਹ ਸਾਰਾ ਡਿਸਕਨੈਕਟ ਹੋ ਗਿਆ। ਕੀ ਕਹਿਣਾ ਉਹਨੇ, ਕਰ ਐਕਸਪਲੇਨ ਕਰ ਦਿਓ। ਜਿਹੜਾ ਸਰ ਸੈਂਟਰ ਵੱਲੋਂ ਹੈ ਉਹ 9 ਵਾਰ ਕੀਮਤਾਂ ਵਧਾਈਆਂ ਤੇ 19 ਰੁਪਏ ਲੱਗਿਆ। ਜਿਹੜਾ ਪੰਜਾਬ ਗਵਰਨਮੈਂਟ ਦਾ ਉਹ 37% ਤੋਂ ਵੀ ਜ਼ਿਆਦਾ ਹੈ। ਅਸੀਂ ਵੈਟ ਐਕਸਪੈਂਸਿਵ 8 ਰੁਪਏ ਲੀਟਰ ਦਾ ਫਰਕ ਹੈ। ਪੈਟਰੋਲ ਦੇ 23 ਰੁਪਏ ਟੈਕਸ ਲੱਗਿਆ ਹੋਇਆ ਪੰਜਾਬ ਸਰਕਾਰ ਦਾ। ਨਹੀਂ, ਟੈਕਸ 23 ਰੁਪਏ ਫਰਕ ਚੰਡੀਗੜ੍ਹ ਦਾ ਤੇ ਉਹਦਾ 8 ਰੁਪਏ ਦਾ ਲੀਟਰ ਦਾ। ਸਰ 10 ਰੁਪਏ ਤੋਂ ਵੀ ਜ਼ਿਆਦਾ ਫਰਕ ਨਹੀਂ 10 ਤਾਂ ਨਹੀਂ ਹੈਗਾ ਜੀ। 8 ਰੁਪਏ ਦਾ ਸੀਗਾ। ਨਹੀਂ 10-10.5 ਰੁਪਏ ਦਾ ਫਰਕ। ਥੋੜਾ ਹੁਣ ਕਿੱਥੋਂ ਮੈਂ ਸਟਾਰਟ ਕਰਾਂ, ਉਹ ਪਹਿਲਾਂ ਤਾਂ ਪੈਟਰੋਲ ਦੇ ਵੈਟ ਤੇ ਆ ਜਾ। ਜਦ ਕਿ ਪੈਟਰੋਲ ਔਰ ਡੀਜ਼ਲ ਦੇ ਉੱਤੇ ਬਹੁਤ ਭਾਰੀ ਵੈਟ ਲਾਇਆ ਹੋਇਆ। ਸਭ ਤੋਂ ਜ਼ਿਆਦਾ ਅਗਰ ਸਟੇਟਾਂ ਵਿੱਚੋਂ ਕਿਸੇ ਨੇ
ਪੈਟਰੋਲ ਤੇ ਵੈਟ ਲਾਇਆ 23% ਪੰਜਾਬ ਸਰਕਾਰ ਨੇ ਲਾਇਆ ਹੋਇਆ, ਜਿਸ ਕਰਕੇ ਚੰਡੀਗੜ੍ਹ ਹਰਿਆਣਾ ਔਰ ਗਵਾਂਢੀ ਸੂਬਿਆਂ ਤੋਂ ਜਿਹੜਾ ਪੈਟਰੋਲ ਆ ਪੰਜਾਬ ਦੇ ਵਿੱਚ ਉਹ ਕਿਤੇ ਨਾ ਕਿਤੇ 9 ਰੁਪਏ ਤੋਂ ਲੈ ਕੇ 10 ਰੁਪਏ ਪ੍ਰਤੀ ਲੀਟਰ ਮਹਿੰਗਾ ਵਾ, ਜਿਸ ਕਰਕੇ ਸਮਗਲਿੰਗ ਹੋ ਰਹੀ ਆ। ਔਰ ਸਮਗਲਿੰਗ ਦੇ ਨਾਲ ਜਿਹੜੀ ਰੈਵਨਿਊ ਪੰਜਾਬ ਨੇ ਕਮਾਉਣੀ ਸੀ ਉਹ ਸਾਰੀ ਰੈਵਨਿਊ ਜਿਹੜੀ ਗਵਾਂਢੀ ਸੂਬਿਆਂ ਨੂੰ ਉਹਨਾਂ ਦੇ ਖਾਤੇ ਵਿੱਚ ਜਾ ਰਹੀ। ਇਸੇ ਤਰ੍ਹਾਂ ਡੀਜ਼ਲ ਦੇ ਉੱਤੇ ਵੀ ਵੈਟ ਜਿਹੜੀ ਮਹਿੰਗੀ ਆ। ਇਸ ਲਈ ਪੰਜਾਬ ਸਰਕਾਰ ਨੂੰ ਮੈਂ ਕਹੂੰਗਾ ਕਿ ਠੀਕ ਹੈ, ਉਹ ਕੇਂਦਰ ਸਰਕਾਰ ਦੀ ਵੀ ਬਹੁਤ ਭਾਰੀ ਗਲਤੀ, ਲੇਕਿਨ ਘੱਟ ਤੁਸੀਂ ਵੀ ਨਹੀਂ ਕਰ ਰਹੇ। ਜਾਖੜ ਸਾਹਿਬ ਸਾਈਕਲ ਤੇ ਚੜ੍ਹਨ ਨਾਲੋਂ ਪਹਿਲਾਂ ਕੈਪਟਨ ਸਾਹਿਬ ਨੂੰ ਕਰਕੇ ਵੈਟ ਦੇ ਰੇਟਸ ਨੂੰ ਰੈਸ਼ਨਲਾਈਜ਼ ਕਰਾਓ, ਤਾਂ ਕਿ ਪੈਟਰੋਲ ਤੇ ਡੀਜ਼ਲ ਜੋ ਗਵਾਂਢੀ ਸੂਬਿਆਂ ਦੇ ਵਿੱਚ ਰੇਟਸ ਨੇ ਸਾਰੇ, ਉਹਨਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਤੈਅ ਹੋ ਸਕਣ। ਖਹਿਰਾ ਸਾਹਿਬ, ਇੱਕ ਦਾਦੂਵਾਲ ਜੀਤ ਸਿੰਘ ਦਾਦੂਵਾਲ ਔਰ ਉਹਨਾਂ ਦੇ ਨਾਲ ਕੋਈ ਜਿਹੜੇ ਗ੍ਰਹਿ ਮੰਤਰੀ ਨੇ ਮੀਟਿੰਗ ਕੀਤੀ ਹੈ, ਉਹ ਜਿਹੜਾ ਮਸਲਾ ਚੁੱਕਿਆ ਗਿਆ ਹੈ ਕਿ ਜਿਹੜੇ ਜਗਤਾਰ ਸਿੰਘ ਹਵਾਰਾ ਜਾਂ ਹੋਰ ਇਸ ਤਰ੍ਹਾਂ ਦੇ ਕੈਦੀ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਸ਼ਿਫਟ ਕੀਤਾ ਜਾਏ, ਪਰ ਇਹ ਉਹ ਗੁੱਟ ਹੈਗੇ ਨੇ ਜਿਨ੍ਹਾਂ ਨੂੰ ਬਾਦਲ ਅਵੋਇਡ ਕਰਦੇ ਰਹੇ ਨੇ ਹਮੇਸ਼ਾ। ਤੁਸੀਂ ਇਸ ਮੀਟਿੰਗ ਦੇ ਕਿਸ ਤਰ੍ਹਾਂ ਦਾ ਵੇਖਦੇ ਹੋ? ਕਿਉਂਕਿ ਦੇਖੋ, ਮੈਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣਦਾ ਵਾਂ, ਬਰਗਾੜੀ ਵਿੱਚ ਇਕੱਠ ਹੋਇਆ, ਉਸਨੇ ਦਿੱਲੀ ਜਾ ਕੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਸ ਇਕੱਠ ਨੂੰ ਟੈਰਰਿਸਟ ਆਰਗੇਨਾਈਜੇਸ਼ਨਸ ਤੇ ਐਂਟੀ ਨੈਸ਼ਨਲ ਦਾ ਇਕੱਠ ਕਹਿਤਾ, ਜਦ ਕਿ ਉਹ ਇਕੱਠ ਦੇ ਵਿੱਚ ਬਰਗਾੜੀ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਤੇ ਜਿਹੜੇ 2 ਸਿੱਖ ਨੌਜਵਾਨ ਮਾਰੇ ਗਏ ਸੀਗੇ ਉਹਨਾਂ ਨੂੰ ਇਨਸਾਫ ਦੇਣ ਦੀ ਗੱਲ ਉੱਥੇ ਕਹੀ ਗਈ ਸੀ। ਇਸ ਲਈ ਪਹਿਲੀ ਗੱਲ ਤਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਅਕਾਲੀ ਦਲ ਪ੍ਰਧਾਨ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੇ ਤੁਸੀਂ ਲਫ਼ਜ਼ ਵਰਤਦੇ ਹੋ। ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜ ਰਹੇ ਨੇ, ਉਹਦੀ ਇੱਜ਼ਤ ਬਹਾਲੀ ਵਾਸਤੇ ਲੜ ਰਹੇ ਨੇ, ਤੁਹਾਡੇ ਸਮੇਂ 'ਚ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਔਰ ਕਾਂਗਰਸ ਦੇ 14 ਮਹੀਨਿਆਂ ਵਿੱਚ ਅੱਜ ਤੱਕ ਉਹ ਜਿਹੜੀ 2 ਸਿੱਖ ਨੌਜਵਾਨਾਂ ਦੀ FIR ਉਹ ਅਣਪਛਾਤੇ ਬੰਦਿਆਂ ਦੇ ਖਿਲਾਫ ਹੈ। ਰਹਿ ਗਈ ਗੱਲ ਕਿ ਜਿਨ੍ਹਾਂ ਲੋਕਾਂ ਨੇ ਸਜ਼ਾਵਾਂ ਪੂਰੀਆਂ ਕਰ ਲੀਆਂ ਜਾਂ ਜਿਨ੍ਹਾਂ ਲੋਕਾਂ ਨੇ ਬਹੁਤ ਅਰਸੇ ਤੋਂ ਬਾਹਰਲੀਆਂ ਜੇਲ੍ਹਾਂ ਵਿੱਚ ਨੇ, ਮੈਂ ਸਮਝਦਾ ਕਿ ਇਹ ਵੀ ਇਸ ਗੱਲ ਵਿੱਚ ਵੀ ਵਜ਼ਨ ਆ ਕਿ ਜਦ ਕਿਸੇ ਵਿਅਕਤੀ ਨੇ ਆਪਣੀ ਸਜ਼ਾ ਪੂਰੀ ਕਰ ਲਈ ਆ, ਪਹਿਲੀ ਗੱਲ ਤਾਂ ਉਹਦੀ ਰਿਹਾਈ ਬਣਦੀ ਆ, ਜਾਂ ਦੂਸਰਾ ਜਿਹੜੇ ਅੰਡਰ ਟਰਾਇਲਸ ਨੇ ਦੂਜੀਆਂ ਸਟੇਟਾਂ ਵਿੱਚ ਦੂਰ ਦਰਾਡੇ ਰੱਖੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਉਹਨਾਂ ਦੀ ਟਰਾਇਲ ਕੀਤੀ ਜਾਵੇ। ਮੇਰੇ ਖਿਆਲ ਮੈਂ ਪੜ੍ਹਿਆ ਬਿਆਨ ਕੈਪਟਨ ਅਮਰਿੰਦਰ ਸਿੰਘ ਦਾ ਕਿ ਇਹਨਾਂ ਲੋਕਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਸ਼ਿਫਟ ਕਰਨ ਵਿੱਚ ਉਹ ਰਾਜ਼ੀ ਨੇ, ਤਾਂ ਮੈਨੂੰ ਪੂਰਨ ਆਸ ਹੈ ਕਿ ਉਹ ਇਹਨਾਂ ਦੀਆਂ ਜੇਲ੍ਹ ਸ਼ਿਫਟ ਕਰਨ ਵਿੱਚ ਵੀ ਸਹਾਈ ਹੋਣਗੇ ਤੇ ਨਾਲ ਜਿਨ੍ਹਾਂ ਲੋਕਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਦੀ ਰਿਹਾਈ ਕਰਨ ਦੇ ਵਿੱਚ ਵੀ ਉਪਰਾਲਾ ਤੇ ਲੋੜਵੰਦ ਕਦਮ ਚੁੱਕਣਗੇ। ਨਾ ਸਿਰਫ ਸਿੱਖ ਕੈਦੀਆਂ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਵੀ ਚਾਹੇ ਉਹ ਹਿੰਦੂ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਈਸਾਈ ਨੇ, ਕਿਸੇ ਧਰਮ ਦੇ ਨੇ, ਜਦ ਤੁਸੀਂ ਆਪਣੀ ਦਿੱਤੀ ਹੋਈ ਸਜ਼ਾ ਪੂਰੀ ਕਰ ਲਈ ਹੈ ਤਾਂ ਮੈਂ ਸਮਝਦਾ ਕਿ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਬਣਦੀ ਹੈ। ठीक है सर, अकाली नेताओं ने जो आरोप लगाया है कल अमित शाह को मिलकर के अनदेखी की गई है पंजाब की, कहीं ना कहीं कप्ताना भी तंज भी कसा गया है, ये मुलाकात हुई थी। समझदा वां कि ਅਕਾਲੀ ਜਿਹੜੇ ਆਗੂ ਨੇ, ਜਿਹੜੇ ਘੱਟੋ ਘੱਟ ਜਿਨ੍ਹਾਂ ਦਾ ਲੰਬਾ ਤਜਰਬਾ ਪੋਲੀਟੀਕਲ ਲਾਈਫ ਵਿੱਚ, ਉਹਨਾਂ ਨੂੰ ਤਾਂ ਸੱਚ ਬੋਲਣਾ ਚਾਹੀਦਾ ਵਾ। ਪੰਜਾਬ ਦੇ ਨਾਲ ਭਾਰੀ ਵਿਤਕਰਾ ਨਾ ਸਿਰਫ ਕਾਂਗਰਸ ਦੇ ਰਾਜ ਵਿੱਚ ਬਲਕਿ BJP ਦੇ ਰਾਜ ਵਿੱਚ ਹੁੰਦਾ ਰਿਹਾ। ਜੇ ਮੈਂ ਗੱਲ ਕਰਾਂ ਗੁਜਰਾਤ ਦੇ ਸਿੱਖ ਕਿਸਾਨਾਂ ਦੀ, 50,000 ਸਿੱਖ ਕਿਸਾਨਾਂ ਦੀ ਜ਼ਮੀਨ ਗੁਜਰਾਤ ਦੀ BJP ਦੀ ਸਰਕਾਰ ਨੇ ਖੋਈ, ਲੇਕਿਨ ਅੱਜ ਤੱਕ ਅਕਾਲੀ ਦਲ ਦੀ ਜਿਹੜੀ ਭਾਈਵਾਲ ਪਾਰਟੀ BJP ਨੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ। ਮੈਂ ਪਹਿਲਾਂ ਗੱਲ ਕਰ ਚੁੱਕਾ, ਜਿਹੜੇ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਰਬਾਰ ਸਾਹਿਬ ਚੋਂ ਜਿਹੜੇ 34 ਸਾਲ ਪਹਿਲਾਂ ਕੀਮਤੀ ਚੀਜ਼ਾਂ ਸਾਡੀਆਂ ਫੌਜ ਲੈ ਗਈ, ਉਹਨੂੰ ਅੱਜ ਤੱਕ ਮੋਦੀ ਦੀ ਸਰਕਾਰ ਵਾਪਸ ਨਹੀਂ ਕਰ ਸਕੀ। 84 ਦੇ ਕਤਲੇਆਮ ਜੋ ਦਿੱਲੀ ਵਿੱਚ ਹੋਇਆ, ਜਿਸ ਢੰਗ ਦੇ ਨਾਲ ਸਹੀ ਮਾਇਨੇ 'ਚ ਇਨਸਾਫ ਮਿਲਣਾ ਚਾਹੀਦਾ ਸੀਗਾ, ਉਹ ਅਕਾਲੀ BJP ਦੇ ਹੱਥੋਂ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਨਹੀਂ ਦਵਾ ਸਕੇ। ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ, 1 ਲੱਖ ਕਰੋੜ ਰੁਪਏ ਦਾ ਉਹਨਾਂ ਦੇ ਕਰਜ਼ਾ ਵਾ, ਲੇਕਿਨ BJP ਨੇ 4 ਸਾਲਾਂ ਦੇ ਵਿੱਚ ਇੱਕ ਨਵੇਂ ਪੈਸੇ ਦੀ ਰਿਆਇਤ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਦਿੱਤੀ। ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦਾ ਢਿੱਡ ਭਰਿਆ ਉਹਨਾਂ ਵਾਸਤੇ 1 ਰੁਪਈਆ ਨਹੀਂਗਾ, ਲੇਕਿਨ ਤਾਕਤਵਰ ਕਾਰਪੋਰੇਟ ਘਰਾਣਿਆਂ ਦਾ ਲੱਖਾਂ ਕਰੋੜਾਂ ਰੁਪਇਆ ਬੈਡ ਡੈਟ ਕਹਿ ਕੇ, ਬੈਂਕਾਂ ਦਾ ਮਾੜਾ ਕਰਜ਼ਾ ਕਹਿ ਕੇ ਉਸ ਨੂੰ ਰਾਈਟ ਆਫ ਕੀਤਾ ਗਿਆ। ਸੋ ਮੈਂ ਤਾਂ ਅਪੀਲ ਕਰੂੰਗਾ ਅਕਾਲੀਆਂ ਨੂੰ ਕਿ ਤੁਸੀਂ ਘੱਟੋ ਘੱਟ ਜਿਹੜੇ ਲੋਕ ਗੈਰਤਮੰਦ ਨੇ ਉਹ ਖੁੱਲ੍ਹ ਕੇ ਬੋਲੋ, ਔਰ ਜੋ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ, ਚਾਹੇ ਕਿਸਾਨੀ ਨਾਲ ਹੋ ਰਿਹਾ, ਚਾਹੇ ਸਾਡੀ ਆਰਥਿਕ ਪੋਜੀਸ਼ਨ ਆ, ਚਾਹੇ ਸਾਡੇ ਧਰਮ ਦੇ ਨਾਲ ਹੋ ਰਿਹਾ, ਉਹ ਆਪਣੀ ਆਵਾਜ਼ ਤੁਹਾਨੂੰ ਸਹੀ ਮਾਇਨਿਆਂ ਵਿੱਚ ਬੇਬਾਕੀ ਨਾਲ ਤੇ ਨਿਡਰਤਾ ਦੇ ਨਾਲ ਬੁਲੰਦ ਕਰਨੀ ਚਾਹੀਦੀ ਹੈ। एक भाजपा और श्रोमणी अकाली दल जो गठबंधन में चुनाव लड़ेंगे, सीटों के बंटवारे को लेकर आपको क्या लगता है कि पहले देखो फार्मूले पे होगा? BJP और ਅਕਾਲੀ ਦਲ ਦਾ ਸੀਟ ਸ਼ੇਅਰਿੰਗ ਉਹਨਾਂ ਦਾ ਆਪਣਾ ਅੰਦਰੂਨੀ ਮਾਮਲਾ ਵਾ, ਸਾਡਾ ਇਹਦੇ 'ਚ ਕੋਈ ਮੁਦਾਖਲਤ ਨਹੀਂ ਬਣਦੀ। ਲੇਕਿਨ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਅਕਾਲੀ ਦਲ ਨੂੰ ਜੋ ਪੰਜਾਬ ਦੇ ਹਿੱਤਾਂ ਦੀ ਆਵਾਜ਼
ਠੋਕ ਵਜਾ ਕੇ ਬੀਜੇਪੀ ਦੀ ਕਚਹਿਰੀ ਵਿੱਚ ਰੱਖਣੀ ਚਾਹੀਦੀ ਸੀ, ਉਹ ਨਹੀਂ ਕਰ ਸਕੇ। ਤਾਂ ਇੱਥੋਂ ਸਾਬਤ ਹੋ ਜਾਂਦਾ ਕਿ ਇਟ ਇਜ਼ ਦਿਸ ਅਲਾਇੰਸ ਇਜ਼ ਮੋਰ ਆਫ ਅ ਮੈਰਿਜ ਆਫ ਕਨਵੀਨੀਅੰਸ, ਇੱਕ ਮੌਕਾ ਪ੍ਰਸਤੀ ਦੀ ਸ਼ਾਦੀ ਆ। ਸਿਰਫ ਸੀਟਾਂ ਦੇ ਉੱਤੇ ਘੁੰਮਦੇ ਰਹਿੰਦੇ ਨੇ, ਲੈਣ ਦੇਣ ਦੀ ਗੱਲ ਕਰਦੇ ਰਹਿੰਦੇ ਨੇ, ਜਦ ਕਿ ਪੰਜਾਬ ਦੇ ਪੱਖ ਦੇ ਮਸਲੇ ਜਿਉਂ ਦੇ ਤਿਉਂ ਖੜੇ ਨੇ ਅੱਜ ਵੀ। ये लास्ट सेगमेंट है कि एचडीपीसी गुरु अर्जुन देव जी के शहीदी दिवस पर श्रद्धालुओं को जो जत्था है वो पाकिस्तान नहीं भेजेगी, किस तरह से इसको ਨਹੀਂ, ਇਹ ਤਾਂ ਗਲਤ ਗੱਲ ਹੈ ਜੀ। ਬਹੁਤ ਅਰਸੇ ਤੋਂ ਇਸ ਤਰ੍ਹਾਂ ਦੇ ਅਹਿਮ ਦਿਹਾੜਿਆਂ ਤੇ ਸ਼ਹੀਦੀ ਪੁਰਬਾਂ ਤੇ ਸਾਡੇ ਪੰਜਾਬ ਦੇ ਵਿੱਚੋਂ ਸਿੱਖਾਂ ਦੇ, ਪੰਜਾਬੀਆਂ ਦੇ, ਪਾਕਿਸਤਾਨ ਦੇ ਧਾਰਮਿਕ ਸਥਾਨਾਂ ਤੇ ਜਥੇ ਜਾਂਦੇ ਰਹੇ ਨੇ। ਲੇਕਿਨ ਇਸ ਵਾਰ ਇਹ ਜਥੇ ਦੀ ਮਨਾਹੀ ਕਰਕੇ ਮੈਂ ਸਮਝਦਾ ਪਾਕਿਸਤਾਨ ਨੇ ਕਿਤੇ ਨਾ ਕਿਤੇ ਪੰਜਾਬ ਤੇ ਗੁਰੂ ਨਾਨਕ ਨਾਮ ਲੇਵਾ ਦੇ ਦਿਲ ਨੂੰ ਠੇਸ ਪਹੁੰਚਾਈ ਆ। ਤਾਂ ਮੈਨੂੰ ਉਮੀਦ ਆ ਕਿ ਹਲੇ ਵੀ ਅਗਰ ਉਹ ਆਪਣੇ ਇਸ ਐਕਸ਼ਨ ਨੂੰ ਰਿਵਿਊ ਕਰਨ ਤਾਂ ਕਿ ਲੋਕ ਜਿਹੜੇ ਆਪਣੇ ਜਜ਼ਬਾਤਾਂ ਦੇ ਨਾਲ ਉਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ।